ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾ। ਜਾਚਕ ਮੰਗੈ ਦਾਨ ਦੇਹ ਪਿਆਰਿਆ। ਦੇਵਨ ਹਾਰ ਦਾਤਾਰ ਮੈਂ ਨਿਤ ਚਿਤਾਰਿਆ। ਨਿਖੁੱਟ ਨ ਜਾਈ ਮੂਲ ਅਤੁਲ ਭੰਡਾਰਿਆ। ਨਾਨਕ ਸ਼ਬਦ ਅਪਾਰ ਤੈਨ ਸਭ ਕਿਸ ਸਾਰਿਆ। ਨਾਨਕ ਸ਼ਬਦ ਅਪਾਰ ਤੈਨ ਸਭ ਕਿਸ ਸਾਰਿਆ। ਮਹੱਲਾ ਪੰਜਵਾ। ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਪੌੜੀ। ਊਥੈ ਅੰਮ੍ਰਿਤ ਵੰਡੀਐ ਸੁਖੀਆ ਹਰ ਕਰਨੇ। ਜਮ ਕੈ ਪੰਥ ਨ ਪਾਈ ਹੈ ਫਿਰ ਨਾਹੀ ਮਰਣੇ। ਜਿਸਨੋ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ। ਬਾਣੀ ਉਚਰਹਿ ਸਾਧ ਜਨ ਅੰਮਿਓ ਚਲਹਿ ਝਰਨੇ। ਏਕ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਣੇ। ਏਕ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ
ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੁਆਰਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਹੋਏ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਾਚਕ ਮੰਗੈ ਦਾਨ ਦੇ ਪਿਆਰਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਕਥਨ ਕਰਦੇ ਹਨ ਪਰਮੇਸ਼ਰ ਦੇ ਅੱਗੇ, ਹੇ ਵਾਹਿਗੁਰੂ, ਮੈਂ ਆਪ ਜੀ ਦਾ ਜਾਚਕ ਮੰਗਤਾ, ਜਾਚਨਾ ਕਰਨ ਵਾਲਾ ਬਣ ਕੇ ਨਾਮ ਦਾ ਦਾਨ ਮੰਗਦਾ ਹਾਂ। ਜਾਚਕ ਮੰਗੈ ਦਾਨ ਦੇਹ ਪਿਆਰਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਸ ਪਰਮੇਸ਼ਰ ਅੱਗੇ ਬੇਨਤੀਆਂ ਕਰਦੇ ਹਨ ਕਿ ਹੇ ਵਾਹਿਗੁਰੂ, ਮੈਂ ਆਪ ਜੀ ਦਾ ਜਾਚਕ ਮੰਗਤਾ, ਜਾਚਨਾ ਕਰਨ ਵਾਲਾ ਬਣ ਕੇ ਨਾਮ ਦਾ ਦਾਨ ਮੰਗਦਾ ਹਾਂ। ਇਸ ਲਈ ਹੇ ਮੇਰੇ ਪਿਆਰਿਆ, ਪਿਆਰੇ ਪਰਮੇਸ਼ਰ, ਤੁਸੀਂ ਮੈਨੂੰ ਇਹ ਨਾਮ ਦਾਨ ਦੇਣਾ ਕਰੋ, ਨਾਮ ਦਾਨ ਬਖਸ਼ਣਾ ਕਰੋ। ਦੇਣਹਾਰ ਦਾ ਧਾਰ ਮੈਂ ਨਿਤ ਚਿਤਾਰਿਆ। ਇਹ ਸਾਰਿਆਂ ਨੂੰ ਅੰਨ ਵਸਤਰ ਸੁਆਸ ਜ਼ਿੰਦਗੀ ਬ੍ਰਹਮ ਗਿਆਨ ਆਦਿਕ ਦਾਤਾਂ ਦੇਣ ਵਾਲੇ ਦਾਤੇ ਪਰਮੇਸ਼ਰ ਜੀ, ਮੈਂ ਨਿਤ ਚਿਤਾਰਿਆ। ਮੈਂ ਨਿਤਾ ਪ੍ਰਤੀ ਹੀ ਆਪ ਜੀ ਨੂੰ ਚਿਤਾਰਿਆ, ਚੇਤੇ ਕਰਿਆ ਕਰਾਂ, ਚੇਤੇ ਕਰਦਾ ਰਹਾਂ ਕਿ ਐਸਾ ਦਾਨ ਬਖਸ਼ਣਾ ਕਰੋ, ਕਿ ਨਾਮ ਦਾ ਦਾਨ ਬਖਸ਼ਣਾ ਕਰੋ, ਤੇ ਮੈਂ ਤੁਹਾਨੂੰ ਹਰ ਟਾਈਮ ਚੇਤੇ ਕਰਨਾ ਕਰਾਂ। ਇਹ ਐਸਾ ਦਾਨ ਬਖਸ਼ਣਾ ਕਰੋ, ਨਿਖਟ ਨਾ ਜਾਈ ਮੂਲ, ਕਿ ਜੋ ਆਪ ਜੀ ਨੂੰ ਚੇਤੇ ਕਰਨ ਉਪਦਾਨ ਹੈ, ਇਹ ਉੱਕਾ ਹੀ ਕਦਾ ਚਿੱਤ ਵੀ ਮੁੱਕ ਨਹੀਂ ਜਾਂਦਾ। ਭਾਵ ਆਪ ਜੀ ਦੇ ਭਗਤ ਜਨਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ, ਆਪ ਜੀ ਦਾ ਹਿਰਦਾ ਤੋਲਣ ਤੋਂ ਰਹਿਤ ਭੰਡਾਰਾ, ਅਤੁੱਲ ਭੰਡਾਰਿਆ। ਕਿ ਹੇ ਸਤਿਗੁਰੂ ਜੀ, ਆਪ ਜੀ ਦਾ ਹਿਰਦਾ ਅਤੁੱਲ ਤੋਲਣ ਤੋਂ ਰਹਿਤ ਭੰਡਾਰਿਆ, ਭੰਡਾਰਾ ਹੈ। ਭਾਵ ਆਪ ਜੀ ਦੇ ਅਣਗਿਣਤ ਭੰਡਾਰੇ ਹਨ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦਿਆਂ ਤੋਟ ਨਾ ਆਵੇ, ਅਗਣਤ ਭਣੇ ਭੰਡਾਰ। ਆਪ ਜੀ ਦੇ ਅਗਣਤ ਅਣਗਿਣਤ ਭੰਡਾਰੇ ਹਨ, ਇਹ ਮੁੱਕਦੇ ਨਹੀਂ। ਨਾਨਕ ਸ਼ਬਦ ਅਪਾਰ, ਤੈਨ ਸਭ ਕਿਸ ਸਾਰਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਹੇ ਪਰਮੇਸ਼ਰ, ਆਪ ਜੀ ਦਾ ਸ਼ਬਦ, ਆਪ ਜੀ ਦਾ ਉਪਦੇਸ਼ ਪਾਰਾਵਾਰ ਤੋਂ ਰਹਿਤ ਕਰਨ ਵਾਲਾ ਹੈ। ਤੈਨ ਸਭ ਕਿਸ ਸਾਰਿਆ। ਜਿਨ੍ਹਾਂ ਨੇ ਆਪ ਜੀ ਦੇ ਉਪਦੇਸ਼, ਆਪ ਜੀ ਦੇ ਗੁਰਮੰਤਰ ਨੂੰ ਕਮਾਇਆ ਹੈ, ਤਿੰਨਾਂ ਨੇ ਆਪਣਾ ਸਾਰਾ ਕੁਝ ਸਵਾਰ ਲਿਆ ਹੈ, ਲੋਕ ਪਰਲੋਕ ਸਵਾਰ ਲਿਆ ਹੈ। ਮਹੱਲਾ ਪੰਜਵਾ। ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ। ਗੁਰੂ ਅਰਜਨ ਦੇਵ ਮਹਾਰਾਜ ਜੀ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਹੇ ਪਿਆਰਿਓ, ਪਿਆਰੇ ਸਿੱਖੋ, ਗੁਰੂ ਸਾਹਿਬ ਜੀ ਦੇ ਸ਼ਬਦ ਦੇ ਤਾਂ ਹੀ ਸਿੱਖਣਾ ਕਰੋ। ਗੁਰੂ ਸਾਹਿਬ ਦਾ ਜੋ ਸ਼ਬਦ ਹੈ, ਉਸ ਸ਼ਬਦ ਨੂੰ ਸਿੱਖਣਾ ਕਰੋ। ਜੋ ਜਨਮ ਮਰਨ ਤੋਂ ਬਚਾਉਣ ਦੀ ਓਟ ਹੈ, ਜਨਮ ਮਰਨ ਕੀ ਟੇਕ, ਜਿਹੜਾ ਵਾਹਿਗੁਰੂ ਦਾ ਸ਼ਬਦ ਹੈ, ਗੁਰਮੰਤਰ ਹੈ, ਵਾਹਿਗੁਰੂ ਵਾਹਿਗੁਰੂ ਸ਼ਬਦ ਹੈ, ਕਿ ਇਸ ਸ਼ਬਦ ਨੂੰ ਸਿੱਖਣਾ ਕਰੋ, ਜਪਣਾ ਕਰੋ। ਜੋ ਜਨਮ ਮਰਨ ਤੋਂ
ਬਚਾਉਣ ਦੀ ਟੇਕ, ਬਚਾਉਣ ਦੀ ਓਟ ਹੈ। ਹੇ ਪਿਆਰੇ ਸਿੱਖੋ, ਸ਼ਬਦ ਦੇ ਉੱਪਰ ਯਕੀਨ ਰੱਖਣਾ ਕਰੋ ਕਿ ਪਰਮੇਸ਼ਰ ਦਾ ਨਾਮ ਭਾਰ ਲਾਉਣ ਵਾਲਾ ਹੈ। ਤੇ ਜਨਮ ਮਰਨ ਕੀ ਟੇਕ, ਜੋ ਜੰਮਣ ਮਰਨ ਵਿੱਚ ਪੈਣ ਵਾਲੀ ਦੇਹੀ ਹੈ, ਉਸ ਦੀ ਓਟ, ਉਸ ਦੀ ਟੇਕ ਰੱਖਦੇ ਹੋ। ਇਸ ਦੀ ਓਟ ਨਾ ਰੱਖੋ ਸਰੀਰ ਦੀ, ਉਸ ਪਰਮੇਸ਼ਰ ਦੀ ਹੀ ਓਟ ਰੱਖੋ ਜੋ ਜਨਮ ਮਰਨ ਤੋਂ ਬਚਾਉਣ ਵਾਲਾ ਹੈ। ਮੁਖ ਊਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਮਹਾਰਾਜ ਜੀ ਕਹਿਣ ਲੱਗੇ, ਤੁਹਾਡਾ ਇਸ ਲੋਕ ਵਿੱਚ ਵੀ ਮੁੱਖ ਮੂੰਹ ਉਜਲਾ ਹੋਵੇਗਾ ਜੇ ਤੁਸੀਂ ਸ਼ਬਦ 'ਤੇ ਟੇਕ ਰੱਖੋਗੇ, ਕਿ ਸ਼ਬਦ ਦਾ ਜਾਪ ਕਰੋਗੇ, ਸ਼ਬਦ ਨੂੰ ਹੀ ਸਿੱਖਣਾ ਕਰੋਗੇ, ਤਾਂ ਤੁਹਾਡਾ ਲੋਕ ਪਰਲੋਕ ਵਿੱਚ ਮੁੱਖ ਉਜਲਾ ਹੋਵੇਗਾ। ਤੇ ਪਰਲੋਕ ਵਿੱਚ ਵੀ ਤੁਸੀਂ ਹਮੇਸ਼ਾ ਹੀ ਸੁਖੀ, ਸੁੱਖ ਨਾਲ ਰਹਿਣਾ ਕਰੋਗੇ। ਨਾਨਕ ਸਿਮਰਤ ਏਕ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇੱਕ ਅਦਵੈਤ ਸਰੂਪ ਪਰਮੇਸ਼ਰ ਦਾ ਹੀ ਸਿਮਰਨ ਕਰਨ ਕਰਕੇ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ। ਪੌੜੀ ਉਥੈ ਅੰਮ੍ਰਿਤ ਵੰਡੀਐ, ਸੁਖੀਆ ਹਰਿ ਕਰਨੇ। ਹੇ ਭਾਈ, ਉੱਥੇ ਉਸ ਜਗ੍ਹਾ ਭਾਵ ਗੁਰੂ ਸਾਹਿਬ ਜੀ ਦੀ ਸਾਧ ਸੰਗਤ ਦੇ ਵਿੱਚ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲਾ ਨਾਮ ਵੰਡੀਦਾ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਬਖਾਣੀਐ। ਜਿੱਥੇ ਇੱਕ ਪਰਮੇਸ਼ਰ ਦੇ ਨਾਮ ਦੀ ਗੱਲ ਹੁੰਦੀ ਹੈ, ਨਾਮ ਅੰਮ੍ਰਿਤ ਵੰਡਿਆ ਜਾਂਦਾ ਹੈ। ਉੱਥੇ ਅੰਮ੍ਰਿਤ ਵੰਡੀਐ, ਸੁਖੀਆ ਹਰਿ ਕਰਨੇ। ਇਹ ਭਾਈ, ਉੱਥੇ ਉਸ ਜਗ੍ਹਾ ਭਾਵ ਗੁਰੂ ਸਾਹਿਬ ਜੀ ਦੀ ਸਾਧ ਸੰਗਤ ਦੇ ਵਿੱਚ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲਾ ਨਾਮ ਵੰਡੀਦਾ ਹੈ। ਜੋ ਹਰੀ ਦੇ ਨਾਮ ਨੂੰ ਜਪਣ ਦੀ ਕਮਾਈ ਕਰਦੇ ਹਨ, ਸੁਖੀਆ ਹਰਿ ਕਰਨੇ, ਉਹ ਸੁਖੀ ਹੋ ਜਾਂਦੇ ਹਨ। ਜਿਨ੍ਹਾਂ ਤੇ ਹਰੀ ਨੇ ਕਰਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹ ਸੁਖੀ ਹੋ ਗਏ ਹਨ। ਅਤੇ ਉਹਨਾਂ ਨੂੰ ਹੀ ਉੱਥੇ ਸਾਧ ਸੰਗਤ ਵਿੱਚ ਅੰਮ੍ਰਿਤ ਨਾਮ ਦੀ ਦਾਤ ਵੰਡੀ ਜਾਂਦੀ ਹੈ। ਕਿ ਮਹਾਰਾਜ ਜੀ ਕਥਨ ਕਰਦੇ ਹਨ, ਜਮ ਕੈ ਪੰਥ ਨਾ ਪਾਈ ਹੈ, ਫਿਰ ਨਾਹੀ ਮਰਨੇ। ਫਿਰ ਉਹ ਪੁਰਖ ਜਮਾਂ ਦੇ ਰਸਤੇ ਵਿੱਚ ਨਹੀਂ ਪਾਏ ਜਾਂਦੇ, ਜਿਹੜੇ ਸਤ ਸੰਗਤ ਦੇ ਵਿੱਚੋਂ ਅੰਮ੍ਰਿਤ ਨਾਮ ਲੈਂਦੇ ਹਨ, ਨਾਮ ਜਪਦੇ ਹਨ ਤੇ ਹਰੀ ਨਾਮ ਜਪਣ ਦੀ ਕਮਾਈ ਕਰਦੇ ਹਨ। ਜਮ ਕੈ ਪੰਥ ਨਾ ਪਾਈਐ, ਫਿਰ ਉਹ ਪੁਰਖ ਜਮਾਂ ਦੇ ਪੰਥ ਰਸਤੇ ਵਿੱਚ ਨਹੀਂ ਪਾਏ ਜਾਣਗੇ। ਫਿਰ ਉਸ ਦਾ ਮਰਨਾ ਵੀ ਨਾਹੀ ਹੋਵੇਗਾ। ਫਿਰ ਨਾਹੀ ਮਰਨੇ, ਫਿਰ ਉਹਨਾਂ ਦਾ ਮਰਨਾ ਵੀ ਨਹੀਂ ਹੋਵੇਗਾ। ਭਾਵ ਮੌਤ ਮਾਰ ਨਹੀਂ ਸਕੇਗੀ, ਕਿਉਂਕਿ ਉਹਨਾਂ ਨੂੰ ਅਖੰਡ ਚੇਤਨ ਦੇਹ ਪ੍ਰਾਪਤ ਹੋ ਗਈ ਹੈ। ਜਿਸਨੋ ਆਇਆ ਪ੍ਰੇਮ ਰਸ, ਤਿਸੈ ਹੀ ਜਰਨੇ। ਹੇ ਭਾਈ, ਜਿਨ੍ਹਾਂ ਨੂੰ ਹਰੀ ਪਰਮੇਸ਼ਰ ਦੇ ਪ੍ਰੇਮ ਦਾ, ਪਿਆਰ ਦਾ, ਆਨੰਦ ਦਾ ਰਸ ਪ੍ਰਾਪਤ ਹੋਇਆ ਹੈ, ਤਿਸੈ ਹੀ ਜਰਨੇ, ਉਹਨਾਂ ਨੇ ਹੀ ਨਿੰਦਕਾਂ ਦੇ ਝੋਰੇ ਤੋਂ ਫਿੱਕੇ ਬੋਲ ਸਹਾਰਨਾ ਕੀਤੇ ਹਨ। ਭਾਵ ਉਹਨਾਂ ਵਿੱਚ ਜਰਨ ਸ਼ਕਤੀ ਪੈਦਾ ਹੋ ਜਾਂਦੀ ਹੈ। ਜਿਸਨੋਂ ਆਇਆ ਪ੍ਰੇਮ ਰਸ, ਤਿਸੈ ਹੀ ਜਰਨੇ। ਇਹ ਭਾਈ, ਜਿਨ੍ਹਾਂ ਨੂੰ ਹਰੀ ਪਰਮੇਸ਼ਰ ਦੇ ਪਿਆਰ ਦਾ ਰਸ, ਆਨੰਦ ਪ੍ਰਾਪਤ ਹੋ ਆਇਆ ਹੈ, ਉਹਨਾਂ ਨੇ ਹੀ ਨਿੰਦਕਾਂ ਦੇ ਕੌੜੇ ਤੇ ਫਿੱਕੇ ਬੋਲ ਸਹਾਰਨਾ ਕੀਤੇ ਹਨ। ਜਿਨ੍ਹਾਂ ਨੂੰ ਪਰਮੇਸ਼ਰ ਦੇ ਪਿਆਰ ਦਾ ਰਸ ਆਇਆ ਹੈ, ਆਨੰਦ ਆਇਆ ਹੈ, ਉਹਨਾਂ ਨੇ ਹੀ ਨਿੰਦਕਾਂ ਦੇ ਕੌੜੇ ਤੇ ਫਿੱਕੇ ਬੋਲ ਸਹਾਰਨਾ ਕੀਤੇ ਹਨ। ਉਹਨਾਂ ਦੇ ਅੰਦਰ ਇੱਕ ਸ਼ਕਤੀ ਪੈਦਾ ਹੋ ਜਾਂਦੀ ਹੈ ਕਿ ਕਿਤਨੀ ਵੀ ਕੋਈ ਨਿੰਦਿਆ ਕਰੀ ਜਾਵੇ, ਕੌੜੇ ਵਚਨ ਬੋਲੀ ਜਾਵੇ,
ਕੋਈ ਵੀ ਉਹਨਾਂ ਨੂੰ ਕੁਝ ਬੋਲੀ ਜਾਵੇ, ਉਹਨਾਂ ਦੇ ਅੰਦਰ ਇਹ ਬੋਲ ਕੌੜੇ ਫਿੱਕੇ ਸੁਹਾਰਨ ਦਾ ਜਰ ਸ਼ਕਤੀ ਪੈਦਾ ਹੋ ਜਾਂਦੀ ਹੈ। ਬਾਣੀ ਉਚਰਹਿ ਸਾਧ ਜਨ, ਅੰਮਿਓ ਚੱਲਹਿ ਝਰਨੇ। ਸਾਧ ਸ੍ਰੇਸ਼ਟ ਜਨ ਆਪਣੇ ਮੁਖ ਤੋਂ ਨਾਮ ਰਸ ਵਾਲੀ ਮਿੱਠੀ ਬਾਣੀ ਦਾ ਐਸਾ ਉਚਾਰਨ ਕਰਦੇ ਹਨ ਕਿ ਮਾਨੋ ਅੰਮ੍ਰਿਤ ਦੇ ਹੀ ਝਰਨੇ, ਅੰਮ੍ਰਿਤ ਦੇ ਹੀ ਸੋਮੇ ਵਹਿ ਤੁਰਦੇ ਹਨ ਉਹਨਾਂ ਦੇ ਮੁਖ ਦੇ ਵਿੱਚੋਂ। ਜਿਹੜੇ ਬਾਣੀ ਉਚਰਹਿ ਸਾਧ ਜਨ, ਸਾਧ ਜਨ ਸ੍ਰੇਸ਼ਟ ਜਨ, ਪਰਮੇਸ਼ਰ ਦਾ ਨਾਮ ਜਪਣ ਵਾਲੇ, ਆਪਣੇ ਮੁਖ ਤੋਂ ਨਾਮ ਰਸ ਵਾਲੀ ਮਿੱਠੀ ਬਾਣੀ ਦਾ ਐਸਾ ਉਚਾਰਨ ਕਰਦੇ ਹਨ ਕਿ ਮਾਨੋ ਅੰਮ੍ਰਿਤ ਦੇ ਝਰਨੇ, ਅੰਮ੍ਰਿਤ ਦੇ ਸੋਮੇ ਉਹਨਾਂ ਦੇ ਮੁਖ ਤੋਂ ਵਹਿ ਤੁਰਦੇ ਹਨ। ਭੇਖ ਦਰਸ਼ਨ ਨਾਨਕ ਜੀਵਿਆ, ਮਨ ਅੰਦਰ ਧਰਨੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਉਹਨਾਂ ਪਿਆਰਿਆਂ ਦੇ ਦਰਸ਼ਨ ਦੀਦਾਰ ਵੇਖ ਕਰਕੇ ਹੀ ਜਿਉਂਦੇ ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਧਾਰਨ ਕੀਤਾ ਹੈ, ਜਿਨ੍ਹਾਂ ਨੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਧਾਰਨ ਕੀਤਾ ਹੈ। ਅਸੀਂ ਉਹਨਾਂ ਦੇ ਦਰਸ਼ਨ ਦੀਦਾਰੇ ਕਰਕੇ ਹੀ ਜਿਉਂਦੇ ਹਾਂ। ਸਲੋਕ ਮਹੱਲਾ ਪੰਜਵਾ। ਸਤਿਗੁਰ ਪੂਰੈ ਸੇਵਿਐ, ਦੁੱਖਾਂ ਕਾ ਹੋਏ ਨਾਸ। ਹੇ ਭਾਈ, ਜਿਨ੍ਹਾਂ ਨੇ ਸਤਿਗੁਰ ਪੂਰਾ ਸੇਵਿਐ, ਕਿ ਜਿਨ੍ਹਾਂ ਨੇ ਪੂਰਨ ਸਤਿਗੁਰੂ ਗੁਰੂ ਸਾਹਿਬ ਤਾਈਂ ਸੇਵਨਾ ਕੀਤਾ ਹੈ, ਦੁੱਖਾਂ ਕਾ ਹੋਏ ਨਾਸ, ਉਹਨਾਂ ਦੇ ਜੰਮਣ ਮਰਨ ਦੇ ਦੁੱਖਾਂ ਦਾ ਨਾਸ ਅਭਾਵ ਹੋ ਜਾਂਦਾ ਹੈ। ਭਾਵ ਸਾਰੇ ਦੁੱਖ ਨਿਵਰਤ ਹੋ ਜਾਂਦੇ ਹਨ। ਨਾਨਕ ਨਾਮ ਅਰਾਧਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਨਾਮ ਨੂੰ ਅਰਾਧਨੇ ਕਰਕੇ ਕਾਰਜ ਆਵੈ ਰਾਸ। ਪਰਮਾਰਥ ਅਤੇ ਵਿਵਹਾਰਾਂ ਦੇ ਸਾਰੇ ਕਾਰਜ ਕੰਮ ਰਾਸ ਆ ਜਾਂਦੇ ਹਨ। ਸਾਰੇ ਕੰਮ ਸੱਚਾਈ ਵਿੱਚ ਰਾਸ ਆ ਜਾਂਦੇ ਹਨ। ਮਹੱਲਾ ਪੰਜਵਾ। ਜਿਸ ਸਿਮਰਤ ਸੰਕਟ ਸੁੱਟੇ, ਜਿਸ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਸਾਰੇ ਸੰਕਟ ਸਾਰੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਅਤੇ ਆਨੰਦ ਮੰਗਲ ਵਿਸ਼ਰਾਮ ਅਤੇ ਆਨੰਦ ਸਰੂਪ ਦੇ ਵਿੱਚ ਖੁਸ਼ੀ ਦੇ ਸਹਿਤ ਟਿਕਾ ਸਥਿਤੀ ਹੁੰਦੀ ਹੈ। ਆਨੰਦ ਸਰੂਪ ਵਿੱਚ ਟਿਕਾ ਹੋਣ ਤੋਂ ਮੰਗਲਾਚਾਰ ਗਾਈਂਦਾ ਹੈ। ਨਾਨਕ ਜਪੀਐ ਸਦਾ ਹਰ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਐਸੇ ਹਰੀ ਪਰਮੇਸ਼ਰ ਨੂੰ ਹਮੇਸ਼ਾ ਜਪਣਾ ਕਰੀਏ। ਨਿਮਖ ਨਾ ਬਿਸਰੋ ਨਾਮ। ਇੱਕ ਨਿਮਖ ਅੱਖਾਂ ਦੇ ਖੋਲ੍ਹਣ ਮੀਚਣ ਜਿੰਨਾ ਚਿਰ ਵੀ ਪਰਮੇਸ਼ਰ ਦਾ ਨਾਮ ਭੁੱਲਣਾ ਨਹੀਂ ਚਾਹੀਦਾ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਐਸੇ ਹਰੀ ਪਰਮੇਸ਼ਰ ਨੂੰ ਹਮੇਸ਼ਾ ਜਪਣਾ ਚਾਹੀਦਾ ਹੈ ਕਿ ਇੱਕ ਨਿਮਖ ਅੱਖ ਦੇ ਖੋਲ੍ਹਣ ਮੀਚਣ ਜਿੰਨਾ ਸਮਾਂ ਵੀ ਪਰਮੇਸ਼ਰ ਦਾ ਨਾਮ ਨਹੀਂ ਭੁੱਲਣਾ ਚਾਹੀਦਾ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਤਿਨ ਕੀ ਸੋਭਾ ਕਿਆ ਗਣੀ। ਉਹਨਾਂ ਪਿਆਰਿਆਂ ਦੀ ਸੋਭਾ ਮਹਿਮਾ ਵਡਿਆਈ ਨੂੰ ਕੀ ਗਿਣ ਕਰਕੇ ਦੱਸੀਏ। ਜਿਨ੍ਹੀ ਹਰ ਹਰ ਲੱਦਾ। ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਸਤਿਗੁਰਾਂ ਦੁਆਰਾ ਲੱਦਾ ਲੱਭ ਲਿਆ ਹੈ। ਸਾਧਾਂ ਸਰਨੀ ਜੋ ਪਰੈ, ਸੋ ਸੁੱਟੈ ਬੱਧਾ। ਜੋ ਵੀ ਸਾਧਾਂ ਮਹਾਤਮਾ ਜਨਾਂ ਦੀ ਸਰਨ ਵਿੱਚ ਪੈਂਦਾ ਹੈ, ਉਹ ਰਾਜਿਆਂ ਆਦਿਕ ਦੀ ਕੈਦ ਤੋਂ ਬੱਝਿਆ ਹੋਇਆ ਜਮਾਂ ਦੇ ਬੰਨਣ ਤੋਂ ਛੁੱਟ ਜਾਂਦਾ ਹੈ। ਕਾਮ ਕ੍ਰੋਧ ਵਿੱਚ ਬੱਝਿਆ ਹੋਇਆ ਵੀ ਛੁੱਟ ਜਾਂਦਾ ਹੈ। ਸਾਧਾ ਸਰਨੀ ਜੋ ਪਰੈ। ਜੋ ਵੀ ਸਾਧਾ ਮਹਾਤਮਾ ਜਨਾਂ ਦੀ ਸਰਨ ਦੇ ਵਿੱਚ ਪੈਂਦਾ ਹੈ। ਗੁਣ ਗਾਵੈ ਅਬਨਾਸੀ ਹੈ, ਜੋਨ ਗਰਭ ਨਾ ਦੱਦਾ।
ਜਿਹੜਾ ਅਬਨਾਸੀ ਹੈ ਵਿਸ਼ੇਸ਼ ਕਰਕੇ ਨਾਸ ਤੋਂ ਰਹਿਤ ਅਕਾਲ ਪੁਰਖ ਦੇ ਗੁਣਾ ਤਾਂ ਹੀ ਗਾਉਂਦਾ ਹੈ, ਸਿਫਤਾਂ ਤਾਂ ਹੀ ਗਾਉਂਦਾ ਹੈ। ਜੋਨ ਗਰਭ ਨਾ ਦੱਦਾ, ਉਹ ਜੋਨ ਜੂਨਾਂ ਵਿੱਚ ਪੈ ਕੇ ਮਾਤਾ ਦੇ ਗਰਭ, ਮਾਤਾ ਦੇ ਪੇਟ ਦੀ ਅੱਗ ਵਿੱਚ ਦੱਦਾ ਹੁੰਦਾ ਹੈ, ਸੜਦਾ ਨਹੀਂ। ਕਿ ਜਿਹੜਾ ਅਬਨਾਸੀ ਵਿਸ਼ੇਸ਼ ਕਰਕੇ ਨਾਸ ਤੋਂ ਰਹਿਤ ਅਕਾਲ ਪੁਰਖ ਦੇ ਗੁਣਾ ਤਾਂ ਹੀ ਗਾਉਂਦਾ ਹੈ, ਉਹ ਜੂਨਾਂ ਵਿੱਚ ਪੈ ਕੇ ਮਾਤਾ ਦੇ ਪੇਟ ਦੀ ਅੱਗ ਵਿੱਚ ਸੜਦਾ ਨਹੀਂ ਹੈ। ਗੁਰ ਭੇਟਿਆ ਭਾਰ ਬ੍ਰਹਮ, ਹਾਰ ਪੜ ਬੁੱਝ ਸਮੱਧਾ। ਹਰੀ ਭਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਸਤਿਗੁਰੂ ਸਾਹਿਬ ਜਿਨ੍ਹਾਂ ਨੂੰ ਮਿਲਿਆ ਹੈ, ਉਹਨਾਂ ਨੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਗੁਰਬਾਣੀ ਦੁਆਰਾ ਪੜ੍ਹਿਆ ਹੈ, ਫਿਰ ਬੁੱਝਿਆ ਹੈ। ਪਰਮੇਸ਼ਰ ਦੇ ਨਾਮ ਨੂੰ ਗੁਰਾਂ ਦੁਆਰਾ ਬੁੱਝ ਕੇ ਪੜ੍ਹਿਆ ਹੈ, ਫਿਰ ਉਸ ਪਰਮੇਸ਼ਰ ਵਿੱਚ ਹੀ ਸਮੱਧਾ ਸਮਾ ਗਏ ਹਨ, ਅਭੇਦ ਹੋ ਗਏ ਹਨ। ਨਾਨਕ ਪਾਇਆ ਸੋ ਧਣੀ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਉਸ ਧਣੀ, ਉਸ ਮਾਲਕ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ ਹੈ, ਜੋ ਹਰ ਆਗਮ ਅਗੱਧਾ, ਜੋ ਹਰੀ ਸ਼ਾਸਤਰਾਂ ਕਰਕੇ ਅਗਮ ਅਗੰਮ, ਗਮਤਾ ਤੋਂ ਰਹਿਤ ਅਤੇ ਸੁੱਧ ਮਨ ਕਰਕੇ ਅਗੱਧਾ ਅਗਾਧ ਭਾਵ ਡੂੰਘਾ ਹੈ। ਸਲੋਕ ਮਹੱਲਾ ਪੰਜਵਾ। ਕਾਮ ਨ ਕਰੀ ਆਪਣਾ, ਫਿਰ ਹੈ ਅਵਤਾ ਲੋਏ। ਨਾਨਕ ਨਾਇ ਵਿਸਾਰਿਆ, ਸੁਖ ਕਨੇਹਾ ਹੋਏ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਨਾਲ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਕਾਮ ਨਾ ਕਰਹੀ ਆਪਣਾ, ਇਹ ਜੀਵ ਵਾਹਿਗੁਰੂ ਦੀ ਪ੍ਰਾਪਤੀ ਲਈ ਭਜਨ ਸਿਮਰਨ ਕਰਨ ਰੂਪ ਆਪਣਾ ਕੰਮ ਨਹੀਂ ਕਰਦਾ। ਜਿਹੜੇ ਕੰਮ ਵਾਸਤੇ ਆਇਆ ਹੈ, ਇਹ ਜੀਵ ਵਾਹਿਗੁਰੂ ਦੀ ਪ੍ਰਾਪਤੀ ਲਈ ਭਜਨ ਸਿਮਰਨ ਕਰਨ ਰੂਪ ਆਪਣਾ ਕੰਮ ਨਹੀਂ ਕਰਦਾ। ਫਿਰ ਹੈ ਅਵੱਤਾ ਲੋਏ, ਐਵੇਂ ਬੇਅਰਥ ਹੀ ਲੋਏ ਲੋਕਾਂ ਵਿੱਚ ਅਵੱਤਾ ਅਵੈੜਾ ਤੁਰਿਆ ਫਿਰਦਾ ਹੈ। ਅਵੱਤਾ ਬੇਪ੍ਰੀਤ ਅਮੋੜ ਆਕੜਿਆ ਹੋਇਆ ਤੁਰਿਆ ਫਿਰਦਾ ਹੈ, ਆਪਣਾ ਕੰਮ ਨਹੀਂ ਕਰਦਾ। ਇਹ ਜੀਵ ਵਾਹਿਗੁਰੂ ਦੀ ਪ੍ਰਾਪਤੀ ਲਈ, ਵਾਹਿਗੁਰੂ ਨੂੰ ਪ੍ਰਾਪਤ ਕਰਨ ਵਾਸਤੇ ਸਿਮਰਨ ਭਜਨ ਰੂਪ ਆਪਣਾ ਕੰਮ ਨਹੀਂ ਕਰਦਾ। ਫਿਰ ਹੈ ਅਵੱਤਾ ਲੋਏ, ਕਿ ਐਵੇਂ ਬੇਅਰਥ ਹੀ ਲੋਏ ਲੋਕਾਂ ਵਿੱਚ ਅਵੱਤਾ ਅਵੈੜਾ ਤੁਰਿਆ ਫਿਰਦਾ ਹੈ। ਅਵੱਤਾ ਬੇਪ੍ਰੀਤ ਅਮੋੜ ਆਕੜਿਆ ਹੋਇਆ ਤੁਰਿਆ ਫਿਰਦਾ ਹੈ। ਨਾਨਕ ਨਾਇ ਵਿਸਾਰਿਐ, ਸੁਖ ਕਨੇਹਾ ਹੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਨਾਮ ਨੂੰ ਭੁਲਾਉਣ ਕਰਕੇ ਜੀਵ ਨੂੰ ਆਨੰਦ ਕਿਸ ਪ੍ਰਕਾਰ ਹੋਵੇਗਾ, ਸੁੱਖ ਨਹੀਂ ਪ੍ਰਾਪਤ ਹੋਵੇਗਾ। ਭਾਵ ਕਿ ਜੇ ਇਹ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਤੇ ਐਵੇਂ ਹੀ ਅਵੈੜਾ ਤੁਰਿਆ ਫਿਰਦਾ ਹੈ, ਫਿਰ ਸੁੱਖ ਕਨੇਹਾ ਹੋਏ। ਸੁੱਖ ਕਨੇਹਾ, ਸੁੱਖ ਕਿਸ ਪ੍ਰਕਾਰ ਹੋਵੇਗਾ? ਭਾਵ ਸੁੱਖ ਨਹੀਂ ਪ੍ਰਾਪਤ ਹੋਏਗਾ। ਮਹੱਲਾ ਪੰਜਵਾ। ਬਿਖੈ ਕੜਤਣ ਸਗਲ ਮਾਹੇ, ਜਗਤ ਰਹੀ ਲਪਟਾਏ। ਬਿਖੈ ਕੜਤਣ ਸਗਲ ਮਾਹੇ, ਜਗਤ ਰਹੀ ਲਪਟਾਏ। ਹੇ ਭਾਈ, ਸ਼ਬਦ ਸਪਰਸ ਰੂਪ ਰਸ ਗੰਧ, ਵਿਸ਼ਿਆਂ ਰੂਪੀ ਕੜਤਣ, ਵਿਸ਼ਿਆਂ ਰੂਪੀ ਜ਼ਹਿਰ, ਵਿਸ਼ਿਆਂ ਰੂਪੀ ਜ਼ਹਿਰ ਸਾਰੇ ਸੰਸਾਰ ਵਿੱਚ ਲਪਟ ਰਹੀ ਹੈ। ਭਾਵ ਸਾਰੇ ਸੰਸਾਰ ਨੂੰ ਆਪਣੇ ਵਿੱਚ ਵਿਸ਼ਿਆਂ ਰੂਪੀ ਜ਼ਹਿਰ ਨੇ ਫਸਾ ਰੱਖਿਆ ਹੈ। ਨਾਨਕ ਜਨ ਵਿਚਾਰਿਆ, ਮੀਠਾ ਹਰਿ ਕਾ ਨਾਉ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮਹਾਤਮਾ ਨੇ, ਭਗਤ ਜਨਾਂ ਨੇ ਵਿਚਾਰਨਾ ਕੀਤਾ ਹੈ
कि इन्हां विषयां दी कुड़त्तण नूं लाउण वास्ते मीठा हर का नाओ, कि परमेसर दा हरि वाहिगुरू दा नाम ही मिठा है। सिखां ने प्रश्न कीता कि महाराज साधु कौन हुंदा है। पौड़ी दे अंदर महाराज जी कथन करते हैं, यह निशानी साध की जिस भेटत तरीऐ। हे भाई, साध महात्मा गुरु साहिब जी की यह निशानी है कि जिन्हां दे नाल मिलन करके संसार समुंदर तो तर जाईदा है, ओहो ही पूरे गुरु हन, ओहो ही महात्मा जन हन। उन्हां दी यह निशानी है कि जिन्हां दे नाल मिलन करके संसार समुंदर तो तर जाईदा है। जम कंकर नेड़ ना आवई, जम कंकर जमा दे दूत भी नेड़े नहीं आउंदे। जदों गुरु साहिब जां महात्मा जनां दे नाल मिल जाईदा है, फिर जमदूत जमा दे दूत नेड़े नहीं आउंदे। फिर बहुड़ ना मरीए, फिर मुड़ के बार बार मरीदा नहीं है। भव सागर संसार बिख सो पार उतरिए। भाव सागर संसार बिख, भाव हुंदा है डर दा सार। समुंदर जो जगत है, इस विच जम्मण मरण रूपी विषया रूपी जहर पाई हुई है। भाव सागर संसार बिख, के भाव डर दा समुंदर जो जगत है, इस विच जम्मण मरण रूपी विषया रूपी जहर पाई हुई है। सो पार उतरिए, उस तो नाम दे जहाज उपर चढ़ के पार उतर जाईदा है। जो है संसार समुंदर है ते विषयां दा यह समुंदर है, यह उस परमेसर दे नाम दे जहाज उपर चढ़ के ही पार उतरीदा है। हर गुण गौंफो मन माल हर, साब माल पर हर हरियै। महाराज जी समझा रहे हैं, हार गुण गुंप हो मन माल हर, के हे हरि दे प्यारिओ, हिरदे रूपी सूत विच हरि परमेसर दे गुण सत संतोख दया धर्म विवेक बैराग आदि शुभ गुणा रूपी माला नूं गुंदना करो, गुंफना करो, जिस नाल साब माल पर हरियै, जिस नाल तुहाडी सारी पापा रूपी मल मैल पर हरियै दूर हो जाएगी। जैसा कि छलं छिद्रं कोट बिघन अपराधं किलविख मलं, के जेड़े छिद्रं कोट करोड़ां ही यह पाप हन ते बिघन पए हुए हन, अपराधं अपराध हन, यह किलविख सारे मलंग मल दिते जाते हैं, नाश हो जाते हैं। परमेसर का नाम हिरदे दे विच भरोण करके नानक प्रीतम मिल रहे, पार ब्रह्म नर हरियै। सतगुरु जी कथन करते हैं, जो प्रीतम प्यारे सतगुरु जी दे नाल मिल रहे हैं, ओह परमेसर जो नर हरियै, नरां दे हरे भरे करन वाला है, नरसिंह आदि रूप धारण वाला है, उस विच मिले रहंदे हन। जेड़े प्रीतम प्रेमी बन के परम प्रेम दे आसपाद रूप परमेसर नाल मिल रहे हैं, वो तां पार ब्रह्म पापा पुना तो परे जो निर्गुण स्वरूप है, अते नर हरियै नर सिंह आदि रूपां नूं धारण वाला जो सरगुण स्वरूप है, उसका ही स्वरूप हो गए हैं। सलोक महला पंजवा, नानक आए से परवान है, जिन हर बुठा चित गाली आलप लालियाँ, काम न आवहे मित। पंजवें पातशाह
ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਨਾਨਕ ਆਏ ਸੇ ਪ੍ਰਵਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਸੰਸਾਰ ਵਿੱਚ ਜਨਮ ਧਾਰ ਕੇ ਆਏ ਹੋਏ ਉਹ ਪ੍ਰਵਾਨ ਹਨ, ਸਾਫਲੇ ਹਨ, ਜਿਨ ਹਰ ਬੁੱਠਾ ਚਿੱਤ, ਜਿਨ੍ਹਾਂ ਦੇ ਚਿੱਤ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਬੁੱਠਾ ਵਸ ਗਿਆ ਹੈ। ਜਿਨ੍ਹਾਂ ਦੇ ਚਿੱਤ ਵਿੱਚ, ਹਿਰਦੇ ਵਿੱਚ ਹਰੀ ਪਰਮੇਸ਼ਰ ਬੁੱਠਾ ਵਸ ਗਿਆ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਉਹ ਸੰਸਾਰ ਵਿੱਚ ਜਨਮ ਧਾਰ ਕੇ ਆਏ ਹੋਏ ਪ੍ਰਵਾਨ ਹਨ, ਸਫਲੇ ਹਨ। ਗਾਲੀ ਅਲ ਪਲਾਲੀਆਂ ਕੰਮ ਨ ਆਵਹਿ ਚਿੱਤ, ਕਿ ਹੇ ਮਿੱਤਰ ਜੋ ਅਲ ਪਲਾਲੀਆਂ ਆਸਤ ਬੇਅਰਸਤ ਝੂਠੀਆਂ ਅਡੰਬਰ ਦੀਆਂ ਗੱਲਾਂ ਮਾਰਨੀਆਂ ਹਨ। ਗਾਲੀ ਅਲ ਪਲਾਲੀਆਂ ਕਿ ਹੇ ਮਿੱਤਰਾ, ਹੋਰ ਜੋ ਅਲ ਪਲਾਲੀਆਂ ਆਸਤ ਬੇਅਸਤ ਝੂਠੀਆਂ ਅਡੰਬਰ ਦੀਆਂ ਗੱਲਾਂ ਮਾਰਨੀਆਂ ਹਨ। ਕੰਮ ਨਾ ਆਵਹਿ ਮਿੱਤ, ਇਹ ਅੰਤ ਵੇਲੇ ਪਰਲੋਕ ਦੇ ਵਿੱਚ ਕੰਮ ਨਹੀਂ ਆਉਣਗੀਆਂ। ਜਿਹੜੀਆਂ ਬੇਫਜ਼ੂਲ ਝੂਠੀਆਂ ਤੇ ਐਵੇਂ ਹੀ ਅਡੰਬਰ ਰਚਣ ਵਾਲੀਆਂ ਗੱਲਾਂ ਮਾਰਨੀਆਂ ਹਨ, ਇਹ ਅੰਤ ਵੇਲੇ ਪਰਲੋਕ ਵਿੱਚ ਕੰਮ ਨਹੀਂ ਆਉਣਗੀਆਂ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ, ਜੋ ਸਾਰੀਆਂ ਥਾਵਾਂ ਵਿੱਚ ਪੂਰਨ ਆਗਮ ਮਨ ਦੀ ਹੰਗਤਾ ਤੋਂ ਰਹਿਤ ਵਿਸਮਾਦ ਅਚਰਜ ਸਰੂਪ ਹੈ। ਉਹ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਪਰਮੇਸ਼ਰ ਉਹਨਾਂ ਦੀ ਦ੍ਰਿਸ਼ਟੀ ਵਿੱਚ ਆਇਆ ਹੈ ਕਿ ਜੋ ਸਾਰੀਆਂ ਥਾਵਾਂ ਵਿੱਚ ਪੂਰਨ ਮਨ ਦੀ ਹੰਗਤਾ ਤੋਂ ਰਹਿਤ ਅਚਰਜ ਸਰੂਪ ਹੈ। ਉਹ ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਪਰਮੇਸ਼ਰ ਉਹਨਾਂ ਦੀ ਦ੍ਰਿਸ਼ਟੀ, ਉਹਨਾਂ ਦੀ ਨਿਗਾਹ ਵਿੱਚ ਆਇਆ ਹੈ। ਨਾਨਕ ਰਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ। ਸਤਿਗੁਰੂ ਜੀ ਸਮਝਾ ਰਹੇ ਹਨ, ਜਿਨ੍ਹਾਂ ਨੇ ਪੂਰਨ ਸਤਿਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਆਪਣਾ ਧਨ ਬਣਾਉਣਾ ਕੀਤਾ ਹੈ, ਕਿ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਉਹ ਪਰਮੇਸ਼ਰ ਆਇਆ ਹੈ। ਜਿਨ੍ਹਾਂ ਨੇ ਪੂਰਨ ਸਤਿਗੁਰਾਂ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਨਾਮ ਧਨ ਨੂੰ ਆਪਣਾ ਧਨ ਬਣਾਉਣਾ ਕੀਤਾ ਹੈ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਧੋ ਨ ਚੱਲੀ ਖਸਮ ਨਾਲ ਲੱਭ ਮੋਹੇ ਬਗੁੱਤੇ। ਭਾਈ ਜਿਹੜੇ ਜੀਵ ਖਾਣ ਪੀਣ ਦੇ ਲਾਲਚ ਅਤੇ ਸਰੀਰਾਂ ਦੇ ਮੋਹ ਵਿੱਚ ਬਗੁੱਤੇ ਖਰਾਬ ਹੋ ਰਹੇ ਹਨ, ਉਹਨਾਂ ਦੀ ਧੋ ਨਾ ਚੱਲੀ ਖਸਮ ਨਾਲ, ਉਹਨਾਂ ਦੀ ਖਸਮ ਮਾਲਕ ਵਾਹਿਗੁਰੂ ਦੇ ਨਾਲ ਧੋਖੇਬਾਜ਼ੀ ਨਹੀਂ ਚੱਲ ਸਕਦੀ। ਧੋ ਨਾ ਚੱਲੀ ਖਸਮ ਨਾਲ ਲੱਭ ਮੋਹੇ ਬਗੁੱਤੇ। ਇਹ ਭਾਈ ਜਿਹੜੇ ਜੀਵ ਖਾਣ ਪੀਣ ਦੇ ਲਾਲਚ ਅਤੇ ਸਰੀਰਾਂ ਦੇ ਸਨੇਹ ਵਿੱਚ ਖਰਾਬ ਹੋ ਰਹੇ ਹਨ, ਉਹਨਾਂ ਦੀ ਖਸਮ ਮਾਲਕ ਵਾਹਿਗੁਰੂ ਦੇ ਨਾਲ ਧੋਖੇਬਾਜ਼ੀ ਨਹੀਂ ਚੱਲ ਸਕਦੀ। ਜੈਸਾ ਕਿ ਆਖਨ ਭੀਤਰ ਤੇਲ ਕੋ ਡਾਰਸ ਲੋਗਨ ਨੀਚ ਬਹਾਏ ਵਿਖਾਵੇ, ਕਿ ਸੋ ਅਜਿਹੀ ਧੋਖੇਬਾਜ਼ੀ ਨਹੀਂ ਚੱਲ ਸਕਦੀ। ਕਰਤੱਵ ਕਰਨ ਭਲੇਰਿਆ ਮਦ ਮਾਇਆ ਸੁਤੇ। ਉਹ ਮਾਇਆ ਦੇ ਨਸ਼ੇ ਵਿੱਚ ਮਦ ਸ਼ਰਾਬ ਪੀ ਪੀ ਕੇ ਹੰਕਾਰ ਦੇ ਅਮਲ ਵਿੱਚ ਪ੍ਰਮਾਦੀ ਹੋ ਕੇ ਸੁੱਤੇ ਹੋਏ ਹਨ। ਅਤੇ ਕਰਤੱਵ ਕਰਨ ਭਲੇਰਿਆ, ਕਰਤੱਵ ਕੌਤਕ ਤਾਂ ਭਲੇ ਮਾਨਸਾਂ ਵਾਲੇ ਕਰਦੇ ਹਨ, ਪਰ ਕਰਮ ਭੈੜੇ ਕਰਦੇ ਹਨ। ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹਨਾਂ ਦੀ ਪਰਮੇਸ਼ਰ ਦੇ ਨਾਲ ਧੋਖੇਬਾਜ਼ੀ ਨਹੀਂ ਚੱਲਣੀ, ਕਿ ਅਸੀਂ ਧੋਖਾ ਕਰਕੇ ਬਚ ਜਾਵਾਂਗੇ। ਉਹ ਮਾਇਆ ਦੇ ਨਸ਼ੇ ਵਿੱਚ ਸ਼ਰਾਬ ਪੀ ਪੀ ਕੇ ਹੰਕਾਰ ਦੇ ਅਮਲ ਵਿੱਚ ਪ੍ਰਮਾਦੀ ਹੋ ਕੇ ਸੁੱਤੇ ਹੋਏ ਹਨ।
ਅਤੇ ਕਰਤੱਵ ਕਰਨ ਭਲੇਰਿਆ, ਕਿ ਕਰਤੱਵ ਤਾਂ ਭਲੇਰਿਆਂ ਵਾਲੇ ਚੰਗੇ ਮਾਨਸਾਂ ਵਾਲੇ ਕਰਦੇ ਹਨ, ਭੈੜੇ ਕਰਮ ਕਰਦੇ ਹਨ। ਮਹਾਰਾਜ ਜੀ ਕਥਨ ਕਰਦੇ ਹਨ, ਫਿਰ ਜੂਨ ਭਵਾਈਨ ਜਮ ਮਾਰਗ ਮੁੱਤੇ। ਅਜਿਹੇ ਪੁਰਖ ਮੁੜ ਮੁੜ ਕੇ ਜੂਨਾਂ ਵਿੱਚ ਭਵਾਈਨ ਭਵਾਏ ਜਾਣਗੇ ਅਤੇ ਜਮਦੂਤਾਂ ਦੇ ਰਸਤੇ ਵਿੱਚ ਛੱਡੇ ਜਾਣਗੇ। ਕੀਤਾ ਪਾਏ ਨੇ ਆਪਣਾ ਦੁੱਖ ਸੇਤੀ ਜੁੱਤੇ। ਉਹ ਆਪਣਾ ਕੀਤਾ ਹੋਇਆ ਕਰਮ ਫਲ ਆਪ ਹੀ ਪਾਉਣਗੇ ਅਤੇ ਦੁੱਖਾਂ ਦੇ ਨਾਲ ਜੋੜੇ ਜਾਣਗੇ। ਨਾਨਕ ਨਾਏ ਬਸਾਰਿਐ ਸਭ ਮੰਦੀ ਰੁੱਤੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਨਾਮ ਨੂੰ ਭੁਲਾਉਣ ਕਰਕੇ ਸਾਰੀਆਂ ਰੁੱਤਾਂ ਮੰਦੀਆਂ ਹਨ। ਚਾਹੇ ਉਹ ਬਾਲਕ ਅਵਸਥਾ ਹੈ, ਚਾਹੇ ਉਹ ਜਵਾਨੀ ਹੈ, ਚਾਹੇ ਉਹ ਬੁਢੇਪੇ ਦੀ ਰੁੱਤ ਹੈ, ਚਾਹੇ ਬਸੰਤ ਰੁੱਤ ਹੈ, ਚਾਹੇ ਗਰੀਖਮ ਰੁੱਤ ਹੈ, ਚਾਹੇ ਪਾਵਸ ਸਰਦ ਆਦਿਕ ਰੁੱਤਾਂ ਹਨ, ਚਾਹੇ ਸਤਜੁਗ ਹੈ, ਚਾਹੇ ਤ੍ਰੇਤਾ ਹੈ, ਚਾਹੇ ਦੁਆਪਰ ਹੈ, ਚਾਹੇ ਕਲਯੁਗ ਦੀ ਰੁੱਤ ਹੈ। ਸਭ ਅਵਸਥਾ ਰੂਪੀ ਰੁੱਤਾਂ ਮੰਦੀਆਂ ਹਨ। ਜਿਸ ਰੁੱਤ ਦੇ ਵਿੱਚ ਪਰਮੇਸ਼ਰ ਦਾ ਨਾਮ ਭੁੱਲਿਆ ਹੋਇਆ ਹੈ। ਸ਼ਲੋਕ ਮਹੱਲਾ ਪੰਜਵਾ। ਅਗਲੇ ਸ਼ਲੋਕ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਉਠੰਦਿਆਂ ਬਹਾਂਦਿਆਂ ਸਬੰਧਿਆਂ ਸੁਖ ਸੋਏ। ਕਿ ਜਦੋਂ ਉਠੰਦਿਆਂ ਉੱਠਦੇ ਹਾਂ ਉਦੋਂ ਵੀ ਸਿਮਰਨ ਕਰੀਏ, ਬਹਾਂਦਿਆਂ ਜਦੋਂ ਬਹਿੰਦੇ ਹਾਂ ਉਦੋਂ ਵੀ ਸਿਮਰਨ ਕਰੀਏ, ਤੇ ਸਬੰਧਿਆਂ ਸੌਣ ਲੱਗਿਆਂ ਵੀ ਸੁਖ ਆਨੰਦ ਸਰੂਪ ਪਰਮੇਸ਼ਰ ਦੇ ਨਾਮ ਵਿੱਚ ਚਿੱਤ ਲਾ ਕੇ ਸੌਣਾ ਕਰੀਏ। ਉਸ ਪਰਮੇਸ਼ਰ ਦੇ ਵਿੱਚ ਸੌਣ ਵੇਲੇ ਵੀ ਚਿੱਤ ਨੂੰ ਲਾਉਣਾ ਕਰੀਏ ਕਿ ਸੌਣ ਵੇਲੇ ਵੀ ਨਾਨਕ ਨਾਮ ਸਲਾਹਿਐ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਪਰਮੇਸ਼ਰ ਦੇ ਨਾਮ ਨੂੰ ਸਲਾਹੁਣਾ ਕਰੀਏ ਤਾਂ ਮਨ ਤਨ ਸੀਤਲ ਹੋਏ, ਤਾਂ ਮਨ ਅੰਤਸ ਕਰਨ ਅਤੇ ਤਨ ਸਰੀਰ ਦੋਵੇਂ ਹੀ ਸੀਤਲ ਠੰਡੇ ਹੋ ਜਾਂਦੇ ਹਨ। ਮਹੱਲਾ ਪੰਜਵਾ। ਲਾਲਚ ਅਟਿਆ ਨਿਤ ਫਿਰੈ, ਸੁਆਰਥ ਕਰੇ ਨਾ ਕੋਏ। ਇਹ ਜੀਵ ਖਾਣ ਪੀਣ ਅਤੇ ਭੋਗਣ ਦੇ ਲਾਲਚ ਲੋਭ ਵਿੱਚ ਅਟਿਆ ਭਰਿਆ ਪੂਰਿਆ ਹੋਇਆ ਨਿੱਤਾ ਪ੍ਰਤੀ ਤੁਰਿਆ ਫਿਰਦਾ ਹੈ। ਲਾਲਚ ਅਟਿਆ ਨਿਤ ਫਿਰੈ। ਇਹ ਜੀਵ ਖਾਣ ਪੀਣ ਦੇ ਤੇ ਭੋਗਣ ਦੇ ਲਾਲਚ ਲੋਭ ਵਿੱਚ ਅਟਿਆ ਹੋਇਆ ਪੂਰਿਆ ਹੋਇਆ ਨਿੱਤਾ ਪ੍ਰਤੀ ਤੁਰਿਆ ਫਿਰਦਾ ਰਹਿੰਦਾ ਹੈ। ਸੁਆਰਥ ਕਰੇ ਨਾ ਕੋਏ। ਆਪ ਮੁਕਤ ਹੋਣ ਦਾ ਸੁਆਰਥ ਆਪਣਾ ਪ੍ਰਯੋਜਨ ਕੋਈ ਵੀ ਨਹੀਂ ਪੂਰਾ ਕਰ ਸਕਦਾ, ਕਿਉਂਕਿ ਲਾਲਚਾਂ ਦੇ ਵਿੱਚ ਹੀ ਉਮਰਾਂ ਲੰਘ ਜਾਂਦੀ ਹੈ। ਜਿਸ ਗੁਰ ਭੇਟੈ ਨਾਨਕਾ ਤੈਨ ਮਨ ਵਸਿਆ ਸੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੂੰ ਗੁਰੂ ਜੀ ਭੇਟੇ ਮਿਲੇ ਹਨ, ਪੂਰਨ ਗੁਰੂ ਮਿਲਿਆ ਹੈ, ਉਸ ਦੇ ਹੀ ਹਿਰਦੇ ਵਿੱਚ ਉਹ ਪਰਮੇਸ਼ਰ ਵਸਦਾ ਹੈ। ਪੌੜੀ ਦੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ, ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ। ਸਾਰੀਆਂ ਹੀ ਸੰਸਾਰੀ ਮਾਇਕੀ ਵਸਤਾਂ ਅੰਤ ਨੂੰ ਕੌੜੀਆਂ ਦੁਖਦਾਇਕ ਹਨ। ਕੇਵਲ ਸੱਚੇ ਨਾਉ ਮਿੱਠਾ, ਕੇਵਲ ਸਤ ਸਰੂਪ ਪਰਮੇਸ਼ਰ ਦਾ ਨਾਮ ਹੀ ਮਿੱਠਾ ਸਵਾਦਿਸ਼ਟ ਹੈ। ਕਿ ਸਾਰੀਆਂ ਜਿਹੜੀਆਂ ਸੰਸਾਰੀ ਮਾਇਕੀ ਵਸਤੂਆਂ ਹਨ ਇਹ ਕੌੜੀਆਂ ਹਨ, ਦੁਖਦਾਇਕ ਹਨ। ਕੇਵਲ ਸੱਚੇ ਨਾਉ ਮਿੱਠਾ ਸਤ ਸਰੂਪ ਪਰਮੇਸ਼ਰ ਦਾ ਨਾਮ ਹੀ ਮਿੱਠਾ ਸਵਾਦਿਸ਼ਟ ਹੈ। ਸਾਧ ਆਇਆ ਤਿੰਨ ਹਰ ਜਨਾ। ਇਹ ਭਾਈ ਉਹਨਾਂ ਪਰਮੇਸ਼ਰ ਦੇ ਜਨਾ ਭਗਤ ਜਨਾ ਪਿਆਰਿਆਂ ਨੂੰ ਨਾਮ ਦਾ ਸਵਾਦ ਆਇਆ ਹੈ, ਜਿਨ੍ਹਾਂ ਨੇ ਸਾਧੂ ਮਹਾਤਮਾ ਪੁਰਖਾਂ ਦੇ ਨਾਲ ਚੱਖ ਸਾਧੀ ਡਿੱਠਾ
ਜਿਨ੍ਹਾਂ ਨੇ ਸਾਧੀ ਸਾਧੂ ਮਹਾਂਪੁਰਖਾਂ ਨਾਲ ਚੱਖ ਕੇ ਧਾਰਨ ਕਰਕੇ ਵੇਖਿਆ ਹੈ, ਉਹਨਾਂ ਪਰਮੇਸ਼ਰ ਦੇ ਭਗਤ ਜਨਾਂ ਨੂੰ, ਪਿਆਰਿਆਂ ਨੂੰ ਨਾਮ ਦਾ ਸਵਾਦ ਆਇਆ ਹੈ। ਪਾਰ ਬ੍ਰਹਮ ਜਿਸ ਲਿਖਿਆ, ਪਰਮੇਸ਼ਰ ਨੇ ਜਿਨ੍ਹਾਂ ਦੇ ਪੂਰਬਲੇ ਕਰਮਾਂ ਦੇ ਪ੍ਰੇਰੇ ਹੋਏ ਦੇ ਨਿਸਕਾਮੀ ਜਾਣ ਕੇ ਸ੍ਰੇਸ਼ਟ ਉੱਤਮ ਲੇਖ ਲਿਖ ਦਿੱਤਾ ਹੈ। ਮਨ ਤਿਸੈ ਬੁੱਠਾ, ਉਹਨਾਂ ਦੇ ਹੀ ਮਨ, ਉਹਨਾਂ ਦੇ ਹੀ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਬੁੱਠਾ ਬਸਿਆ ਹੈ। ਇੱਕ ਨਿਰੰਜਨ ਰਵ ਰਹਿਆ, ਉਹ ਜਾਣਦੇ ਹਨ ਕਿ ਇੱਕੋ ਹੀ ਨਿਰੰਜਨ ਸੁੱਧ ਸਰੂਪ ਪਰਮੇਸ਼ਰ ਸਾਰੇ ਰਵ ਰਿਹਾ ਹੈ, ਵਿਆਪਕ ਹੋ ਰਿਹਾ ਹੈ। ਭਾਉ ਦੂਆ ਕੁੱਠਾ, ਭਾਉ ਦੂਆ ਦਵੈਤ ਭਾਵ ਨੂੰ ਕੁੱਠਾ ਮਾਰ ਦਿੱਤਾ ਹੈ ਕਿ ਜਿਹੜੇ ਜਾਣਦੇ ਹਨ ਕਿ ਇੱਕ ਨਿਰੰਜਨ ਸੁੱਧ ਸਰੂਪ ਪਰਮੇਸ਼ਰ ਸਾਰੇ ਰਵ ਰਿਹਾ ਹੈ, ਕਿ ਉਹਨਾਂ ਨੇ ਦਵੈਤ ਭਾਅ ਨੂੰ ਮਾਰ ਲਿਆ ਹੈ। ਹਰ ਨਾਨਕ ਮੰਗੈ ਜੋੜ ਕਰ, ਪ੍ਰਭ ਦੇਵੈ ਤੁਠਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਪਰਮੇਸ਼ਰ ਦੇ ਪਾਸੋਂ ਦੋਵੈ ਕਰ ਕਿ ਦੋਵੇਂ ਹੱਥ ਜੋੜ ਕੇ ਨਾਮ ਦਾ ਦਾਨ ਮੰਗਦੇ ਹਾਂ। ਹਰ ਨਾਨਕ ਮੰਗੈ ਜੋੜ ਕਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਪਰਮੇਸ਼ਰ ਦੇ ਪਾਸੋਂ ਦੋਵੇਂ ਹੱਥ ਜੋੜ ਕਰਕੇ ਨਾਮ ਦਾ ਦਾਨ ਮੰਗਦੇ ਹਾਂ ਕਿ ਪ੍ਰਭੂ ਦੇਵੈ ਤੁਠਾ, ਕਿ ਪ੍ਰਭੂ ਤੁਠਾ ਪ੍ਰਸੰਨ ਹੋ ਕੇ ਸਾਨੂੰ ਨਾਮ ਦਾ ਦਾਨ ਦੇਣਾ ਕਰੇ। ਸਲੋਕ ਮਹੱਲਾ ਪੰਜਵਾ। ਜਾਚੜੀ ਸਾਸਾਰ ਸੋ ਜਚੰਦੀ ਹੇਕੜੋ। ਜਾਚੜੀ ਸਾਸਾਰ ਜੋ ਜਚੰਦੀ ਹੇਕੜੋ, ਉਹ ਵਸਤੂ ਹੀ ਜਾਚੜੀ ਮੰਗਣੀ ਸ੍ਰੇਸ਼ਟ ਹੈ। ਜਾਚੜੀ ਸਾਸਾਰ ਜੋ ਜਚੰਦੀ ਹੇਕੜੋ, ਉਹ ਵਸਤੂ ਹੀ ਜਾਚੜੀ ਮੰਗਣੀ ਸ੍ਰੇਸ਼ਟ ਹੈ। ਜਿਹੜੀ ਗੁਰੂ ਜੀ ਦੇ ਕੋਲੋਂ ਹੇਕੜੋ ਕੇਵਲ ਇੱਕ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਜਾਚਨਾ ਕਰਨੀ ਹੈ, ਕਿ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਜੋ ਮੰਗਣੀ ਹੈ, ਉਹੀ ਵਸਤੂ ਮੰਗਣੀ ਸ੍ਰੇਸ਼ਟ ਹੈ। ਕਿ ਮੰਗਣੀ ਉਹ ਚੰਗੀ ਹੈ ਜਿਹੜੀ ਹੇਕੜੋ ਇੱਕ ਪਰਮੇਸ਼ਰ ਦੀ ਭਗਤੀ ਨੂੰ ਮੰਗਣੀ ਹੈ। ਗਾਲੀ ਵਿਆ ਵਿਕਾਰ ਨਾਨਕ ਧਣੀ ਬਹੂਣਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਧਣੀ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਹੂਣਿਆ ਬਿਨਾ ਹੋਰ ਦੂਜੀਆਂ ਸਾਰੀਆਂ ਗੱਲਾਂ ਵਿਕਾਰ, ਬਦਲ ਜਾਣ ਵਾਲੀਆਂ, ਭਾਵ ਨਾਸ ਹੋ ਜਾਣ ਵਾਲੀਆਂ ਹਨ। ਇੱਕ ਗੱਲ ਹੀ ਕਹਿਣੀ ਚਾਹੀਦੀ ਹੈ ਕਿ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋ ਜਾਏ, ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਜਾਏ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਕਿ ਵਿਕਾਰ ਪੈਦਾ ਕਰਨ ਵਾਲੀਆਂ ਹਨ, ਜਿਹੜੀਆਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕੁਝ ਮੰਗਣਾ ਹੈ, ਹੋਰ ਦੂਸਰੀਆਂ ਕਾਰਾਂ ਨੂੰ ਪੈਦਾ ਕਰਨ ਵਾਲੀਆਂ ਹਨ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਮਹੱਲਾ ਪੰਜਵਾ। ਨੀਹੇ ਜੇ ਵਿਦਾ ਮਨ ਪਛਾਣੂ ਬਿਰਲੋ ਥਿਓ, ਜੋੜਨਹਾਰਾ ਸੰਤ ਨਾਨਕ ਬਾਦਰੋ ਪਦਰੋ। ਕਿ ਪਰਮਾਤਮਾ ਦੇ ਪ੍ਰੇਮ ਵਿੱਚ ਜਿਸ ਨੇ ਆਪਣਾ ਮਨ ਹਿਰਦਾ ਬਿੰਨਣਾ ਕੀਤਾ ਹੈ। ਨੀਹੋ ਜੇ ਵਿਦਾ ਮਨ, ਪਰਮੇਸ਼ਰ ਦੇ ਨੀਹੋ ਪ੍ਰੇਮ ਵਿੱਚ ਜਿਸ ਨੇ ਆਪਣਾ ਮਨ ਹਿਰਦਾ ਵਿਦਾ ਬੰਨਣਾ ਕੀਤਾ ਹੈ, ਭਾਵ ਤਦਾਕਾਰ ਹੋਇਆ ਹੈ। ਪਛਾਣੂ ਬਿਰਲੋ ਥਿਓ, ਉਹਨਾਂ ਦਾ ਪਛਾਣ ਕਰਨ ਵਾਲਾ ਕੋਈ ਵਿਰਲਾ ਹੀ ਹੋਇਆ ਹੈ। ਜੈਸਾ ਕਿ ਹੋਣ ਨਜੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਜਿਹੜੇ ਪਰਮੇਸ਼ਰ ਦੇ ਨੇੜੇ ਹੁੰਦੇ ਹਨ ਉਹ ਕਿਸੇ ਨੂੰ ਭੇਤ ਨਹੀਂ ਦਿੰਦੇ। ਜੋੜਨਹਾਰਾ ਸੰਤ ਨਾਨਕ ਪਾਦਰ ਪਾਦਰੋ।
सतगुरु जी कथन करते हैं कि परमेसर विच बिरती जोड़न हारा, परमेसर विच बिरती जोड़न वाला संत भगत जन कोई बिरला ही है। कोटन में को नारायण जे चीत, कि करोड़ां दे विचों कोई बिरला है जिहड़ा परमेसर दे नाल बिरती नूं जोड़न वाला है। अते नानक पादर पादरो, महाराज जी समझा रहे हैं कि परमेसर दे ज्ञान दी प्राप्ति दा रस्ता पद्धरा ही है, कि रास्ता पद्धरा ही है, कि कोई कोई विरला रास्ता पद्धरा है कोई विरला परमेसर विच बिरती जोड़न वाला। पौड़ी दे अंदर महाराज जी कथन करते हैं, सोई सेव हो जी अड़े दाता बकसंद, हे जी अड़े जीव ओही परमेसर दा सेवन करया करो जिहड़ा सारिਆਂ ਨੂੰ दाता देण वाला दाता दानी है, अते बकसिंद बख्शस करन वाला बख्शण वाला है। उसे परमेसर दा सिमरन करया करो, किलविख सब विनाश होन सिमरत गोविंद। गोविंद दा सिमरन करन नाल सारे किलविख सारे पाप विशेष करके नाश हो जाते हैं। हर मार्ग साधु दस्या जपिए गुरमंत, हरि दी प्राप्ति दा नाम ज्ञान रूपी रस्ता श्रेष्ठ गुरां द्वारा सेवक जना ने दसना कीता है। इस करके जपिया गुरमंत, इस करके गुरमंत गुरां दे दिते हुए मंत्र वाहिगुरू नूं जपना करिए। माया स्वाद सब फिक्किया हार मन पाबंद, माया दे स्वाद के माया दे रस सारे फिक्के हन, बेरसी करन वाले हन, फैंक देण वाले हन। हार मन पाबंद, साडे तां मन साडे तां हिरदे विच हरि परमेसर ही भाउंदा है। ध्याए नानक परमेसर जिन दिती जिंद। गुरु महाराज गुरु अर्जन देव जी समझा रहे हैं, ध्याए नानक परमेसर जिन दिती जिंद। सतगुरु जी कथन करते हैं कि हे प्यारे, उस परमेसर उस परमात्मा नूं ध्याउणा करिए जिस वाहिगुरू ने सानू जिंदगी सानू जान आत्मक विषैणी बुद्धि देना कीती है। कि हे भाई उस परमेसर परमात्मा नूं ध्याउणा करिए। सलोक महला पंजवा, बत लगी सच्चे नाम की जो बीजै सो खाए। गुरु अर्जन देव महाराज जी पंजवें पातशाह गुरबाणी द्वारा उपदेश बख्शिश कर रहे हैं। बत लगी सच्चे नाम की जो बीजै सो खाए। इस मनुखा जन्म दे विच कलयुग दे समय विच परमेसर दे सच्चे नाम की बत बत्तर लगी हुई है। जैसा कि खेती करन वाले जमीन रमा के वाह के उस दी बत्तर देखते हैं, यह भी शरीर की बत्तर है, बत है। मनुखा देही जड़ी मिली है, इस मनुखा देही दे विच जां कलयुग दे समय विच परमेसर दे सच्चे नाम की बत लगी हुई है। नाम बीजण का समा है। जेड़े इस मनुखा जन्म विच श्रावण करन रूप बीज बीजणगे, ओह ही मनन करन रूपी खाणगे। मनन करके लाभ प्राप्त होएगा। तिसहे सरे तिसहे प्राप्त नानका जिसनों लिखिया आए। सतगुरु जी कथन करते हैं कि उसनों ही यह दात प्राप्त होंदी है, मिलती है, जिसनों धुरों पूर्वले निष्काम कर्मां दा लेख लिखिया होया है। जो जिस नों लिखिया आए, जिस जन्म विच आके मिलता है, जिसने सतगुरां दी सरन विच आके
ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਲਿਖਣਾ ਕੀਤਾ ਹੈ। ਮਹੱਲਾ ਪੰਜਵਾ। ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੈ ਆਪ। ਹੇ ਭਾਈ, ਜੇਕਰ ਮੰਗਣਾ ਮੰਗ ਕਰਨੀ ਹੈ ਤਾਂ ਇੱਕ ਸੱਚੇ ਨਾਮ ਨੂੰ ਹੀ ਮੰਗੀਏ। ਮੰਗਣਾ ਤਾਂ ਸੱਚ ਇੱਕ। ਹੇ ਭਾਈ, ਜੇ ਮੰਗਣਾ ਮੰਗ ਕਰਨੀ ਹੈ ਪਰਮੇਸ਼ਰ ਦੇ ਅੱਗੇ ਤਾਂ ਇੱਕ ਸੱਚੇ ਨਾਮ ਨੂੰ ਹੀ ਮੰਗੀਏ, ਜਿਸ ਦੇ ਤਾਈਂ ਪਰਮੇਸ਼ਰ ਪ੍ਰਸੰਨ ਹੋ ਕੇ ਆਪ ਦਿੰਦਾ ਹੈ। ਉਸ ਨੂੰ ਹੀ ਸੱਚਾ ਨਾਮ ਪ੍ਰਾਪਤ ਹੁੰਦਾ ਹੈ। ਜਿਤ ਖਾਧੈ ਮਨ ਤ੍ਰਿਪਤੀ ਹੈ, ਨਾਨਕ ਸਾਹਿਬ ਦਾਤ। ਜਿਸ ਅੰਮ੍ਰਿਤ ਰੂਪੀ ਨਾਮ ਦੇ ਖਾਣ ਨਾਲ, ਧਾਰਨ ਕਰਨ ਨਾਲ ਹਿਰਦਾ ਤ੍ਰਿਪਤੀ ਹੈ, ਰੱਜ ਜਾਂਦਾ ਹੈ। ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀ ਹੈ, ਉਤਰੈ ਮਨ ਕੀ ਭੁੱਖ। ਇਸ ਮਨ ਦੀ, ਇਸ ਹਿਰਦੇ ਦੀ ਭੁੱਖ ਉਤਰ ਜਾਂਦੀ ਹੈ। ਇਹ ਹਿਰਦਾ ਰੱਜ ਜਾਂਦਾ ਹੈ ਜਦੋਂ ਨਾਮ ਅੰਮ੍ਰਿਤ ਮਿਲ ਜਾਂਦਾ ਹੈ। ਨਾਮ ਅੰਮ੍ਰਿਤ ਖਾਣੇ ਨਾਲ ਭਾਵ ਧਾਰਨ ਕਰਕੇ, ਨਾਮ ਜਪਣੇ ਕਰਕੇ ਇਹ ਹਿਰਦਾ ਹੈ ਜਿਹੜਾ ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ। ਨਾਨਕ ਸਾਹਿਬ ਦਾਤ। ਸਤਿਗੁਰੂ ਜੀ ਕਥਨ ਕਰਦੇ ਹਨ, ਇਹ ਨਾਮ ਉਸ ਮਾਲਕ ਪਰਮੇਸ਼ਰ ਦੀ ਦਿੱਤੀ ਦਾਤ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਕਿ ਨਾਮ ਦੀਆਂ ਦਾਤਾਂ ਦੇਣ ਵਾਲਾ ਉਹ ਪਰਮੇਸ਼ਰ ਹੈ, ਸਭ ਨੂੰ ਦਿੰਦਾ ਹੈ। ਕੋਈ ਜਪਦਾ ਹੈ, ਕੋਈ ਨਹੀਂ ਜਪਦਾ। ਪੌੜੀ ਦੇ ਅੰਦਰ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਲਾਹਾ ਜਗ ਮੈਂ ਸੇ ਖਟਹਿ, ਜਿਨ ਹਰ ਧਨ ਰਾਸ। ਇਸ ਸੰਸਾਰ ਦੇ ਵਿੱਚ, ਜਗਤ ਦੇ ਵਿੱਚ ਅੰਮ੍ਰਿਤ ਨਾਮ ਦੇ ਜਪਣ ਦਾ, ਬ੍ਰਹਮ ਗਿਆਨ ਦਾ, ਆਤਮਾ ਆਨੰਦ ਦਾ ਲਾਹਾ ਉਹ ਪੁਰਸ਼ ਖੱਟਦੇ ਹਨ, ਭਾਵ ਲਾਭ ਪ੍ਰਾਪਤ ਕਰਦੇ ਹਨ। ਜਿਨ ਹਰ ਧਨ ਰਾਸ, ਜਿਨ੍ਹਾਂ ਦੇ ਪਾਸ ਹਰੀ ਦੇ ਨਾਮ ਰੂਪੀ ਧਨ ਦੀ ਸਰਦਾ ਰੂਪੀ ਪੂੰਜੀ ਹੈ। ਦੁਤੀਆ ਭਾਉ ਨਾ ਜਾਣਨੀ, ਸੱਚੇ ਦੀ ਆਸ। ਉਹ ਦੁਤੀਆ ਦਵੈਤ ਭਾ ਨੂੰ ਜਾਣਦੇ ਹੀ ਨਹੀਂ, ਇੱਕ ਸਤ ਸਰੂਪ ਅਕਾਲ ਪੁਰਖ ਦੀ ਹੀ ਆਸ ਰੱਖਦੇ ਹਨ, ਓਟ ਰੱਖਦੇ ਹਨ। ਨਿਹਚਲ ਏਕ ਸਰੇਵਿਆ, ਹੋਰ ਸਭ ਵਿਨਾਸ਼। ਉਹਨਾਂ ਨੇ ਇੱਕ ਅਦਵੈਤ ਰੂਪ ਅਤੇ ਨਿਹਚਲ ਅਚਲ ਸਰੂਪ ਦਾ ਹੀ ਭਜਨ ਸਿਮਰਨ ਕੀਤਾ ਹੈ। ਹੋਰ ਸਭ ਵਿਨਾਸ਼, ਹੋਰ ਸਾਰਾ ਕੁਝ ਨਾਸ ਹੋਣ ਵਾਲਾ ਸਮਝਿਆ ਹੈ। ਪਾਰ ਬ੍ਰਹਮ ਜਿਸ ਵਿਸਰੈ, ਤਿਸ ਬਿਰਥਾ ਸਾਸ। ਹੈ ਭਾਈ, ਜਿਸ ਨੂੰ ਪਾਰ ਬ੍ਰਹਮ ਪਰਮੇਸ਼ਰ ਭੁੱਲ ਜਾਂਦਾ ਹੈ, ਉਸ ਦੇ ਲਏ ਹੋਏ ਸਵਾਸ ਬੇਅਰਥ ਹੀ ਹਨ। ਕੰਠ ਲਾਏ ਜਨ ਰਾਖਿਆ, ਨਾਨਕ ਬਲ ਜਾਸ। ਸਤਿਗੁਰੂ ਜੀ ਕਥਨ ਕਰਦੇ ਹਨ, ਜੋ ਪਰਮੇਸ਼ਰ ਆਪਣੇ ਭਗਤਾਂ ਨੂੰ ਆਪਣਾ ਸਿਮਰਨ ਕਰਾ ਕੇ ਅਭੇਦ ਨਿਸ਼ਚੈ ਰੂਪੀ ਗਲੇ ਨਾਲ ਲਗਾ ਕੇ ਰੱਖਦਾ ਹੈ, ਅਸੀਂ ਉਸ ਵਾਹਿਗੁਰੂ ਤੋਂ ਨਾਨਕ ਸਦ ਬਲ ਜਾਸ। ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸੀਂ ਉਸ ਵਾਹਿਗੁਰੂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ ਕੀਤਾ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ